हाँ जी, वेलकम जी अपने लाइव ਤੇ ਕੀ ਹਾਲ ਚਾਲ ਸਾਰਿਆਂ ਦਾ ਕਿੱਦਾਂ ਰਿਹਾ ਵੀਕਐਂਡ। ਸੋ ਟੋਰਾਂਟੋ ਵਾਲੇ ਵੀਰ ਤੇ ਥੋੜੇ ਹੋਣੇ ਆ ਜੀ ਬਿਜ਼ੀ ਕਿਉਂਕਿ ਟੋਰਾਂਟੋ ਦੇ ਵਿੱਚ ਸੀ ਅੱਜ ਨਗਰ ਕੀਰਤਨ। ਬਾਕੀ ਸੁਣਾਓ ਸਾਰੇ ਕਿੱਦਾਂ ਚੱਲ ਰਿਹਾ ਜੀ, ਆ ਰਹੀ ਕੋਈ ਵੱਡੀ ਖਬਰ ਵੀਕਐਂਡ ਤੇ ਮਾਰਕੀਟ ਦੇ ਵਿੱਚ ਤੇ ਜਾਂ ਨਹੀਂ। ਸੋ ਕਰਦੇ ਆ ਜੀ ਗੱਲਬਾਤ। ਨੈਕਸਟ ਵੀਕ ਮਾਰਕੀਟ ਕਾਫੀ ਇੰਟਰਸਟਿੰਗ ਹੋਣ ਵਾਲੀ ਹੈ। ਸੋ ਹਰ ਕੋਈ ਵੀਕ ਇੰਟਰਸਟਿੰਗ ਹੁੰਦਾ ਕਿਉਂਕਿ ਕੋਈ ਨਾ ਕੋਈ ਵੱਡਾ ਈਵੈਂਟ ਆਇਆ ਹੀ ਰਹਿੰਦਾ ਮਾਰਕੀਟ ਦੇ ਵਿੱਚ। ਤੇ ਇਸ ਵੀਕ ਦੇ ਵਿੱਚ ਵੀ ਕਾਫੀ ਇੰਟਰਸਟਿੰਗ ਟੌਪਿਕਸ ਹੈਗੇ ਨੇ, ਕਾਫੀ ਇੰਟਰਸਟਿੰਗ ਈਵੈਂਟ ਹੈਗੇ ਨੇ ਜਿਹੜੇ ਮਾਰਕੀਟ ਨੂੰ ਕਾਫੀ ਪੰਪ ਵੀ ਕਰ ਸਕਦੇ ਆ ਤੇ ਥੱਲੇ ਵੀ ਸੁੱਟ ਸਕਦੇ ਆ। ਉਹਨਾਂ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰਦੇ ਆ, ਕਿਹੜੇ ਸਟਾਕ ਆ, ਕਿੱਥੋਂ ਬਾਏ ਕਰਨੇ ਆ, ਕਿੱਥੋਂ ਸੈੱਲ ਕਰਨੇ ਆ, ਉਹਨਾਂ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰਦੇ ਆ। ਬਾਕੀ ਜੇ ਤੁਹਾਡਾ ਕੋਈ ਕੁਐਸਚਨ ਹੁੰਦਾ ਕਿਸੇ ਵੀ ਸਟਾਕ ਦੇ ਰਿਲੇਟਡ ਤਾਂ ਚੈਟ ਦੇ ਵਿੱਚ ਪਾ ਦਿਓ। ਤੇ ਜੇ ਕਿਸੇ ਵੀਰ ਨੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਚੈਨਲ ਨੂੰ ਕਰ ਲਿਓ। ਤੇ ਕਰਦੇ ਹਾਂ ਜੀ ਗੱਲਬਾਤ ਸ਼ੁਰੂ ਕਿ ਮਾਰਕੀਟ ਕਿੱਥੇ ਜਾ ਰਹੀ ਹੈ, ਕੀ ਹੋ ਰਿਹਾ। ਜੇ ਆਪਾਂ ਸਟਾਕ ਦਾ ਫਿਊਚਰ ਦੇਖੀਏ ਤਾਂ ਫਲੈਟ ਹੀ ਆ, ਨਾ ਕੋਈ ਬਾਹਲਾ ਉੱਪਰ ਆ ਨਾ ਕੋਈ ਬਾਹਲਾ ਥੱਲੇ ਆ। ਬਟ ਮਾਰਨਿੰਗ ਦੇ ਵਿੱਚ ਦੇਖਦੇ ਹਾਂ ਕੀ ਜਾ ਕੇ ਬਣਦਾ ਜੀ। ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਕਿ ਕੀ ਆ ਰਿਹਾ ਮਾਰਕੀਟ ਦੇ ਵਿੱਚ ਨੈਕਸਟ ਵੀਕ। ਸਭ ਤੋਂ ਪਹਿਲਾਂ ਆ ਰਿਹਾ ਜੀ CPI ਡਾਟਾ। ਸੋ ਜੇ ਆਪਾਂ ਦੇਖੀਏ ਤਾਂ ਜਿਹੜਾ ਅਪ੍ਰੈਲ ਦਾ CPI ਡਾਟਾ ਉਹਦੀ ਰਿਪੋਰਟ ਰਿਲੀਜ਼ ਹੋਣੀ ਹੈ ਵੈਨਸਡੇ ਨੂੰ ਸਵੇਰੇ 8:30 ਵਜੇ। ਹੁਣ ਕਿੱਦਾਂ ਦਾ ਡਾਟਾ ਰਿਲੀਜ਼ ਹੁੰਦਾ ਇਹ ਤੇ ਆਪਾਂ ਨੂੰ ਅਜੇ ਨਹੀਂ ਪਤਾ, ਪਰ ਜਿਹੜਾ ਆਈਡੀਆ ਲਗਾ ਸਕਦੇ ਹਾਂ, ਜਿੱਦਾਂ ਮੈਂ ਪਹਿਲਾਂ ਵੀ ਟਿਕਟੌਕ ਦੇ ਲਾਈਵ ਤੇ ਕੱਲ੍ਹ ਗੱਲ ਕਰ ਰਿਹਾ ਸੀ ਕਿ ਜੇ ਲਾਸਟ ਅਪ੍ਰੈਲ ਦੇ ਵਿੱਚ ਦੇਖੀਏ ਤਾਂ ਸਟਾਰਟਿੰਗ ਦੇ ਵਿੱਚ ਜਿਹੜੇ OPEC ਵਾਲਿਆਂ ਦੀ ਮੀਟਿੰਗ ਹੁੰਦੀ ਆ, ਜਿਹੜੇ ਆਪਣਾ ਤੇਲ ਦੀ ਪ੍ਰੋਡਕਸ਼ਨ ਡਿਸਾਈਡ ਕਰਦੇ ਨੇ ਕਿ ਵਧਾਉਣੀ ਆ ਜਾਂ ਘਟਾਉਣੀ ਆ। ਤੇ ਉਹਨਾਂ ਨੇ ਕੀ ਕੀਤਾ ਕਿ ਤੇਲ ਦੀ ਪ੍ਰੋਡਕਸ਼ਨ ਜਿਹੜੀ ਆ ਅਪ੍ਰੈਲ ਦੇ ਸਟਾਰਟਿੰਗ ਦੇ ਵਿੱਚ ਘਟਾ ਦਿੱਤੀ ਸੀ। ਉਹ ਪ੍ਰੋਡਕਸ਼ਨ ਘਟਣ ਕਰਕੇ ਜੇ ਆਪਾਂ ਦੇਖੀਏ ਤਾਂ ਅਪ੍ਰੈਲ ਦੇ ਸਟਾਰਟਿੰਗ ਦੇ ਵਿੱਚ ਜਿਹੜਾ ਪ੍ਰਾਈਸ ਆ ਤੇਲ ਦਾ ਉਹ ਥੋੜ੍ਹਾ ਵੱਧ ਗਿਆ ਹੈ। ਹੁਣ ਉਹ ਜਿਹੜੀ ਚੀਜ਼ ਆ ਕਿ ਇਨਫਲੇਸ਼ਨ ਨੂੰ ਥੋੜ੍ਹਾ ਪੰਪ ਕਰਦੀ ਆ ਜਾਂ ਨਹੀਂ, ਉਹ ਆਪਾਂ ਨੂੰ ਦੇਖਣਾ ਹੋਊਗਾ ਬਹੁਤ ਧਿਆਨ ਦੇ ਨਾਲ ਕਿ ਜਿਹੜਾ CPI ਡਾਟਾ ਆ ਕਿ ਉਹ ਐਕਸਪੈਕਟੇਸ਼ਨ ਤੋਂ ਜ਼ਿਆਦਾ ਆਉਂਦਾ ਜਾਂ ਉਨਾ ਕੁ ਹੀ ਆ ਜਾਂਦਾ ਆ। ਸੋ ਇਹਦੇ ਨਾਲ ਇੱਕ ਅੱਧਾ ਦਿਨ ਮਾਰਕੀਟ 'ਤੇ ਜ਼ਰੂਰ ਇਫੈਕਟ ਪਊਗਾ। ਮੰਨ ਲਓ ਇਨਫਲੇਸ਼ਨ ਜ਼ਿਆਦਾ ਵੀ ਆ ਜਾਂਦੀ ਆ, ਬਟ ਆਪਾਂ ਦੇਖਿਆ ਹੀ ਆ ਕਿ ਲਾਸਟ ਵੀਕ ਦੇ ਵਿੱਚ ਜਿਹੜੀ ਇੰਟਰਸਟ ਰੇਟ ਹਾਈਕ ਹੋਈ ਆ, ਇੱਕ ਅੱਧਾ ਦਿਨ ਮਾਰਕੀਟ ਦੇ ਉੱਪਰ ਨੈਗੇਟਿਵ ਪ੍ਰੈਸ਼ਰ ਰਿਹਾ। ਬਾਅਦ 'ਚ ਉਸ ਤੋਂ ਅਗਲੇ ਇੱਕ ਦੋ ਦਿਨਾਂ ਬਾਅਦ ਹੀ ਮਾਰਕੀਟ ਕਾਫੀ ਜ਼ਿਆਦਾ ਪੰਪ ਕਰਨੀ ਸ਼ੁਰੂ ਹੋ ਗਈ ਸੀ। ਸੋ ਰਾਈਟ ਨਾਓ ਕੀ ਆ ਕਿ ਟਰੇਡਰ ਬਹੁਤ ਹੀ ਇੱਕ ਸ਼ਾਰਟ ਟਰਮ ਥਿੰਕਿੰਗ ਦੇ ਨਾਲ ਪਲੇ ਕਰ ਰਹੇ ਨੇ। ਸੋ ਇਸ ਲਈ ਇੰਨਾ ਜ਼ਿਆਦਾ ਵਰੀ ਹੋਣ ਦੀ ਵੀ ਲੋੜ ਨਹੀਂ। ਬਟ ਜੇ ਕੰਟੀਨਿਊਸ ਟ੍ਰੈਂਡ ਇੱਕ ਡਾਊਨ ਬਣ ਜਾਂਦਾ ਮਾਰਕੀਟ ਦਾ, CPI ਡਾਟਾ ਮਾੜਾ ਆਉਂਦਾ ਆ, ਤਾਂ ਫਿਰ ਆਪਾਂ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਦੇਖਣਾ ਪਊਗਾ ਕਿ ਮਾਰਕੀਟ ਸ਼ਾਇਦ ਥੱਲੇ ਨਾ ਡਿੱਗ ਜਾਵੇ। ਬਟ ਵੈਨਸਡੇ ਮਾਰਨਿੰਗ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਣਾ ਕਿ CPI ਡਾਟਾ ਕਿੱਦਾਂ ਦਾ ਆਉਂਦਾ ਮਾਰਕੀਟ ਓਪਨ ਹੋਣ ਤੋਂ ਪਹਿਲਾਂ ਹੀ। ਇਸ ਕਰਕੇ ਚਿੰਤਾ ਦਾ ਕੋਈ ਵਿਸ਼ਾ ਹੈ ਨਹੀਂ ਕਿਉਂਕਿ ਮਾਰਕੀਟ ਓਪਨ ਹੋਣ ਤੋਂ ਪਹਿਲਾਂ ਆ ਜਾਣਾ। ਸੋ ਆਪਾਂ ਡਿਸਾਈਡ ਕਰ ਸਕਦੇ ਹਾਂ ਕਿ ਕਿੱਧਰ ਨੂੰ ਮਾਰਕੀਟ ਨੇ ਜਾਣਾ, ਕੀ ਪਲੇ ਹੁੰਦਾ ਆ। ਬਟ ਜੇ ਤੁਹਾਨੂੰ ਪਾਸਟ ਦੇ ਵਿੱਚ ਥੋੜ੍ਹਾ ਜਿਹਾ ਯਾਦ ਹੋਵੇ, ਆਪਾਂ 2-3 ਮੰਥ ਬੈਕ ਚੱਲ ਜਾਂਦੇ ਹਾਂ ਅਤੇ ਇੱਦਾਂ ਦੇ CPI ਡਾਟੇ ਵੀ ਆਪਾਂ ਨੂੰ ਦੇਖਣ ਨੂੰ ਮਿਲੇ ਆ ਕਿ ਜਦੋਂ ਮਾਰਕੀਟ ਦੇ ਵਿੱਚ CPI ਡਾਟਾ ਬਹੁਤ ਨੈਗੇਟਿਵ ਹੁੰਦਾ ਸੀ ਅਤੇ ਮਾਰਕੀਟ ਸਾਰਾ ਦਿਨ ਪੰਪ ਕਰਦੀ ਰਹਿੰਦੀ ਸੀ। ਅਤੇ ਇੱਦਾਂ ਦੇ CPI ਡਾਟਾ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਮਾਰਕੀਟ ਦੇ ਵਿੱਚ CPI ਡਾਟਾ ਜਿਹੜਾ ਵਾ ਉਹ ਪੋਜ਼ੀਟਿਵ ਹੁੰਦਾ ਸੀ ਅਤੇ ਮਾਰਕੀਟ ਓਪਨ ਹੁੰਦੇ ਆ ਸਾਰੀ ਜਿਹੜਾ ਆ ਡਿੱਗਣ ਲੱਗ ਜਾਂਦੀ ਸੀ। ਸੋ ਮਾਰਕੀਟ ਕਿਸੇ ਵੀ ਡਾਇਰੈਕਸ਼ਨ ਨੂੰ ਜਾ ਸਕਦੀ ਐਂਡ ਆਫ ਦਾ ਡੇ, ਬਟ ਫਿਰ ਵੀ ਥੋੜ੍ਹਾ ਜਿਹੜਾ ਇੱਕ ਰਿਜ਼ਲਟ ਆਉਂਦਾ ਆ ਉਹਦਾ ਥੋੜ੍ਹਾ ਅਸਰ ਆਪਾਂ ਨੂੰ ਦੇਖਣ ਨੂੰ ਮਿਲੂਗਾ। ਸੋ ਧਿਆਨ ਦੇ ਨਾਲ, ਇਹ ਨਹੀਂ ਕਿ ਜੇ ਪੋਜ਼ੀਟਿਵ ਆ ਗਿਆ, ਵਧੀਆ ਆ ਗਿਆ CPI ਡਾਟਾ ਤਾਂ ਉੱਪਰ ਨੂੰ ਹੀ ਜਾਣਾ ਆ। ਜਸਟ ਮੈਂ ਤੁਹਾਨੂੰ ਰਿਮਾਈਂਡ ਕਰਾ ਰਿਹਾ ਕਿਉਂਕਿ ਕਈ ਵਾਰੀ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਫਿੱਟ ਹੋ ਜਾਂਦੀ ਆ ਕਿ ਜਿੱਧਰ ਨੂੰ ਡਾਟਾ ਆਉਂਦਾ ਆ ਪੋਜ਼ੀਟਿਵ ਜਾਂ ਨੈਗੇਟਿਵ ਆਪਾਂ ਉੱਧਰ ਨੂੰ ਹੀ ਪਲੇ ਕਰਦੇ ਹਾਂ। ਨਹੀਂ, ਕਈ ਵਾਰੀ ਮਾਰਕੀਟ ਉੱਤੋਂ ਉਲਟ ਵੀ ਨਿਕਲ ਜਾਂਦੀ ਹੈ, ਜੋ ਕਿ ਆਪਾਂ ਪਾਸਟ ਦੇ ਵਿੱਚ ਬਹੁਤ ਡਿਫਰੈਂਟ ਈਵੈਂਟਸ ਦੇ ਉੱਪਰ ਖਾਸ ਕਰਕੇ CPI ਡਾਟਾ ਰਿਲੀਜ਼ ਹੋਣ ਤੋਂ ਬਾਅਦ ਵੀ ਦੇਖਿਆ ਇਹ ਚੀਜ਼ ਹੁੰਦੀ ਆ। ਸੋ ਉਹਨੂੰ ਧਿਆਨ ਦੇ ਵਿੱਚ ਰੱਖਿਓ। ਨੈਕਸਟ ਉਸ ਤੋਂ ਬਾਅਦ ਕੀ ਹੈ ਜੀ, ਥਰਸਡੇ ਨੂੰ PCE ਡਾਟਾ ਆਉਣਾ, ਉਹਦੇ ਨਾਲ ਰਿਲੇਟਡ ਹੀ ਹੋਊਗਾ। ਬਟ ਮੋਸਟ ਪ੍ਰੋਬਬਲੀ ਇਹੀ ਹੁੰਦਾ ਕਿ ਜਿੱਦਾਂ ਦਾ CPI ਡਾਟਾ ਆਉਂਦਾ ਉੱਦਾਂ ਦਾ ਹੀ PCE ਡਾਟਾ ਆਉਂਦਾ ਆ ਅਤੇ 2 ਕੁ ਦਿਨ ਮਾਰਕੀਟ ਇੱਕ ਡਾਇਰੈਕਸ਼ਨ ਦੇ ਵਿੱਚ ਹੀ ਯੂਜਲੀ ਮੂਵ ਕਰਦੀ ਆ। ਸੋ ਇਸ ਕਰਕੇ ਉਹ ਵੀ ਥਰਸਡੇ ਨੂੰ ਮਾਰਨਿੰਗ ਦੇ ਵਿੱਚ ਆ ਜਾਣਾ, ਉਹਦਾ ਵੀ ਧਿਆਨ ਰੱਖਾਂਗੇ ਕਿ ਕਿੱਦਾਂ ਦਾ ਆਉਂਦਾ। ਨੈਕਸਟ ਜਿਹੜਾ ਸਭ ਤੋਂ ਹੌਟ ਟੌਪਿਕ ਆਪਾਂ ਕਹਿ ਦਈਏ ਇਸ ਮੰਥ ਦਾ ਜਾਂ ਹੁਣ ਤੱਕ ਦਾ, ਉਹ ਹੈਗਾ ਜੀ ਜਿਹੜੀ US ਦੇ ਵਿੱਚ ਜਿਹੜੀ ਡੈਟ ਸੀਲਿੰਗ ਆ ਉਹਨੂੰ US ਹਿੱਟ ਕਰ ਰਿਹਾ। ਉਹਦੇ ਕਰਕੇ ਜੇ ਆਪਾਂ ਦੇਖੀਏ ਤਾਂ ਬਿਟਕੋਇਨ ਵੀ ਥੋੜ੍ਹਾ ਪੰਪ ਕਰ ਰਿਹਾ। ਚਾਰਟ ਜਾ ਕੇ ਦੇਖਦੇ ਹਾਂ ਕਿੱਦਾਂ ਦਾ। ਸੋ ਮੈਂ ਰੀਸੈਂਟਲੀ ਅੱਜ ਜਾਂ ਕੱਲ੍ਹ ਨਹੀਂ ਦੇਖਿਆ, ਬਟ ਹੁਣ ਆਪਾਂ ਇਸ ਤੋਂ ਬਾਅਦ ਚਾਰਟਸ ਦੇ ਉੱਪਰ ਜਾਣਾ, ਜਾ ਕੇ ਦੇਖਦੇ ਹਾਂ ਕੀ ਕਰ ਰਿਹਾ। ਬਟ ਇਹੀ ਆ ਕਿ ਬਾਈਡਨ ਨੇ ਟਿਊਜ਼ਡੇ ਨੂੰ ਜੇ ਆਪਾਂ ਦੇਖੀਏ May 9 ਨੂੰ ਤਾਂ ਮੀਟਿੰਗ ਸੱਦੀ ਹੋਈ ਆ ਜਿਸ ਦੇ ਵਿੱਚ ਉਹ ਗੱਲਬਾਤ ਕਰਨਗੇ ਕਿ ਡੈਟ ਸੀਲਿੰਗ ਨੂੰ ਇਨਕਰੀਜ਼ ਕੀਤਾ ਜਾਵੇ। ਹੁਣ ਉਹ ਜਿਹੜੀ ਇਨਕਰੀਜ਼ ਕਰਨਾ ਈਜ਼ੀ ਆ, ਮੈਨੂੰ ਲੱਗਦਾ ਕਰ ਦੇਣਗੇ ਕਿਉਂਕਿ ਜੇ ਅੱਗੇ ਤੁਹਾਨੂੰ ਮੈਂ ਇੱਕ ਨੈਕਸਟ ਸਲਾਈਡ ਦੇ ਵਿੱਚ ਆਪਾਂ ਉਹਨਾਂ ਦੀ ਵੈਬਸਾਈਟ ਦੇ ਉੱਪਰੋਂ ਸਕਰੀਨਸ਼ਾਟ ਲਿਆ ਕੇ ਪਾਸਟ ਦੇ ਵਿੱਚ ਬਹੁਤ ਵਾਰੀ ਇਹ ਚੀਜ਼ ਹੋਈ ਆ ਅਤੇ ਉਹਨਾਂ ਨੇ ਆਲਵੇਜ਼ ਇਨਕਰੀਜ਼ ਕੀਤਾ ਆ। ਸੋ ਇਟ ਇਜ਼ ਨਾਟ ਸਮਥਿੰਗ ਨਿਊ ਜਿਹਦੇ ਕਰਕੇ ਮੈਨੂੰ ਲੱਗਦਾ ਆਪਾਂ ਨੂੰ ਚਿੰਤਾ ਜਾਂ
चिंतित होने की लोड़ आ। आई थिंक दे विल इनक्रीज़, उन्होंने इनक्रीज़ करना ही पैना है। जे नहीं इनक्रीज़ करते तो फिर फाइनैंशियल जी कंडीशन है US की, आप बैंकों की हालात अगे देख सकते हैं बहुत वीक जे आ, तो वो होर ज़्यादा नैगेटिव प्रैशर पऊगा। सो कदों इनक्रीज़ करते हैं, किदन इनक्रीज़ करते हैं, वो चीज़ भी मार्केट के लिए एक पॉजिटिव न्यूज़ किते ना किते हो सकती है। बट किहड़े स्टॉकों के लिए वो नैगेटिव चीज़ हो सकती है जे डैट सीलिंग जिदन इनक्रीज़ की, वो आ बिटकॉइन तो वो नाल दे रिलेटेड स्टॉक्स के लिए। सो जिदन उन्होंने इनक्रीज़ की चांसिस ने कि बिटकॉइन जो ड्रॉप होगा, तो वो रिलेटेड जोड़े स्टॉक ने कॉइनबेस आप गल कर लीए, मारा या राइट, उन्होंने भी उदन ड्रॉप होने के चांस होंगे। तो थोड़ा जिहा वो ध्यान दे विच रखना कि नैक्सट वीक दे विच उन्होंने मीटिंग हैगी आ, इनक्रीज़ करते हैं या राइट वे नैक्सट वीक दे विच अजे नहीं करते। सो उस चीज़ पर थोड़ा जिहा तुसीं ध्यान देना, क्योंकि जोड़े ट्रैजरी आ यैलन उन्होंने ये कह दिता कि मई एंड दे तक इनू इनक्रीज़ करो, नहीं तो जून दे विच स्टार्टिंग दे विच जिहड़ा US ने डैट तो आ डिफॉल्ट हो जाना है। सो ये चीज़ बहुत ध्यान रखने वाली होगी कि ट्यूसडे जो मीटिंग होंदी आ उस तो बाद की उन्होंने जे कोई प्रैस कॉन्फ्रेंस करते हैं तो वो की कहा जाता। नैक्सट ये भी हॉट टॉपिक आ। सो सारे हॉट टॉपिक ने रीसेंट आप जे देखिए लास्ट वीक दे विच भी ये बारे मैं छोटी जी टिकटॉक पर वीडियो भी पाई सी कि FDIC की कह रहा कि जी बैंकों की फीस आ जिहड़ियां वड्डियां बैंकां वो इनक्रीज़ की जाए। तो वह कारण यही है कि पास्ट दे विच जे आप देखिए सिल्वर गेट आ, सिलिकॉन वैली बैंक आ, सिग्नेचर बैंक आ, ਜਾਂ ਹੁਣ FRC बैंक होगी, इदा ही ਹੁਣ पैकवैस्ट का रौला चल रहा वा। सो इन्होंने बैंकों के जोड़े भी डिफॉल्ट होए आ तो जोड़े डिपॉजिटर आ उन्होंने पैसे FDIC ਨੂੰ देने पै रहे आ। सो वो ये क्या कि उन्होंने जोड़ा अकाउंट आप कह दीए एक FDIC की जी इंश्योरेंस होंगी है, जिहदे बारे आप एक दिन गल की सी, $2.5 लाख जोड़ा कवर करना। बट हुण रीसेंट आप देखिए तो उन्होंने सिलिकॉन वैली बैंक के ऑलमोस्ट सारे ही कवर कर दिते आ डिपॉजिटर के पैसे। ਹੁਣ ਉਹਦੇ ਕਰਕੇ ਉਹਨਾਂ ਦਾ FDIC ਦਾ ਜਿਹੜਾ ਅਕਾਊਂਟ ਆਪਾਂ ਕਹਿ ਸਕਦੇ ਡਿਕਰੀਜ਼ ਹੋਇਆ, ਉਹ ਉਹਨਾਂ ਪੂਰਾ ਕਰਨਾ। ਤੇ ਉਹਦੇ ਕਰਕੇ ਉਹ ਕਹਿੰਦੇ ਆ ਕਿ ਜਿਹੜੀਆਂ ਵੱਡੀਆਂ ਬੈਂਕਾਂ ਆ ਉੱਦਾਂ ਦੀ ਅਸੀਂ ਫੀਸ ਵਧਾਵਾਂਗੇ। ਇਹ ਬਲੂਮਬਰਗ ਵੱਲੋਂ ਆਰਟੀਕਲ ਛਾਪਿਆ ਗਿਆ ਸੀ, ਸ਼ਾਇਦ ਕਿਸੇ ਨਾ ਕਿਸੇ ਗੱਲਬਾਤ ਹੋਈ ਹੋਊਗੀ ਜਾਂ ਉਹਨਾਂ ਨੇ ਸੁਣਿਆ ਹੋਊਗਾ। ਸੋ ਇਹ ਆ ਕਿ ਜੇ ਇਨਕਰੀਜ਼ ਹੁੰਦੀ ਆ ਵੱਡੀਆਂ ਬੈਂਕਾਂ ਦੀ ਫੀਸ ਤਾਂ ਜਿਹੜੇ ਬੈਂਕਾਂ ਦੇ ਸਟਾਕ ਨੇ ਉਹਨਾਂ ਦੇ ਵਿੱਚ ਇੱਕ ਵਾਰੀ ਡਰੋਪ ਆਊਗਾ। ਐਂਡ ਆਫ ਦਾ ਡੇ ਕੀ ਆ ਕਿ ਜਿਹੜੇ ਇਨਵੈਸਟਰ ਆ ਜਾਂ ਟਰੇਡਰ ਆ ਬੈਂਕਾਂ ਦੇ ਜਿਹੜੇ ਟਰੇਡ ਕਰਦੇ ਨੇ ਸਟਾਕ ਜਾਂ ਇਨਵੈਸਟ ਕਰਦੇ ਨੇ, दे विल कंसिडर एज ए नैगेटिव न्यूज़, क्योंकि बैंकों की फीस वध गई, जानी कि उन्होंने खर्चा वध गया एक तरीके नाल। इवेंचुअली जिद्दां मैं वीडियो दे दसिया सी कि ये सारा खर्चा उन्होंने की करना आ कि जिहड़े अपने अकाउंट होल्डर ने, जिद्दां मेरा अकाउंट आ किसी बैंक दे विच या तुहाडा किसी बैंक दे विच अकाउंट आ, उन्हों की फीस इनक्रीज़ करके उन्होंने उत्थों वसूल तो कर लैणे ने। बट मैनूं लगदा कि एक सडन जिहड़ी ड्रॉप आ बैंकों दे विच थोड़ी बहुत आपां नूं उदण देखण नूं मिल सकदी है जदों भी ये इनक्रीज़ करते हैं। लास्ट वीक दे विच न्यूज़ आई सी, ਹੁਣ देखो शायद नैक्सट वीक ਦੇ ਵਿੱਚ ਇਨਕਰੀਜ਼ ਕਰਨ ਜਾਂ नहीं, ਮੈਨੂੰ ਲੱਗਦਾ ਅਜੇ ਇੰਨੀ ਜਲਦੀ ਇਨਕਰੀਜ਼ ਨਹੀਂ ਕਰਨਗੇ। ਕਾਰਨ ਉਹਦਾ ਇਹੀ ਆ ਕਿ ਬੈਂਕਾਂ ਆਲਰੇਡੀ ਪ੍ਰੈਸ਼ਰ ਦੇ ਅੰਡਰ ਆ ਤੇ ਉਹ ਤੇ ਹੋਰ ਥੋੜਾ ਜਿਹਾ ਪ੍ਰੈਸ਼ਰ ਨਹੀਂ ਪਾਉਣਗੇ ਰਾਈਟ ਵੇ, ਥੋੜੀ ਸ਼ਾਇਦ ਵੇਟ ਕਰ ਲੈਣ। ਬਟ ਇਹੀ ਹੈ ਕਿ ਜੇ ਇਹ ਚੀਜ਼ ਹੁੰਦੀ ਆ ਤੇ ਇਹਦਾ ਥੋੜਾ ਜਿਹਾ ਤੁਸੀਂ ਧਿਆਨ ਰੱਖਣਾ ਕਿ ਜਿਹੜੇ ਬੈਂਕਾਂ ਦੇ ਸਟਾਕ ਆ ਜਿੱਦਾਂ ਵੈਲਸ ਫਾਰਗੋ, ਚੇਜ਼ ਬੈਂਕ ਆ, JP ਮੋਰਗਨ ਚੇਜ਼, ਸੋ ਇਹਨਾਂ ਦੇ ਸਟਾਕ ਦੇ ਉੱਪਰ ਆਪਾਂ ਨੂੰ ਵੱਡੀਆਂ ਬੈਂਕਾਂ ਦੇ ਉੱਪਰ बैंक ऑफ अमेरिका हो गया थोड़ा ਪ੍ਰੈਸ਼ਰ ਦੇਖਣ ਨੂੰ ਮਿਲ ਸਕਦਾ। सो ਉਹਦਾ थोड़ा ਜਿਹਾ ध्यान रखना है। सो नैक्सट थोड़े जे क्वेश्चन आ जी मॉन्ट्रियल भी सी, ठीक है हरजिंदर भाजी गुड्डा जी, सारा मैं पंजाब तो गुड्डा जी। प्रदीप सिंह CPI डाटा किदन आना जी, CPI डाटा मैं लिखा होया जी वैनसडे नूं आना मॉर्निंग दे विच। सो नैक्सट जे आप देखिए तो SPY, जे SPY का तुसीं देखो तो आप थर्सडे नूं गलबात की सी थोड़ी जी कि SPY एक 413 तक जा सकता। तो लकली की होया कि जी अपनी प्रडिक्शन ही आप चार्ट में देख के की सी तो वो सेम चीज़ हुई आ। हुण की उस तो भी SPY उपर जाता, चार्ट दे विच जाके थोड़ी जी गलबात करते हैं, उत्थों आपां नूं पता लगूगा कि SPY एक न्यू हाई बनाउंदा नैक्सट वीक दे विच या आपां किधर नूं SPY नूं जांदा देखते हैं, उपर नूं या थल्ले नूं। सो आ जिहड़ा स्क्रीनशॉट मैं चक्किया जी US की वैबसाइट के उपरों, सो इहदे विच यही है कहता फेलिंग टू इनक्रीज़ द डैट लिमिट वुड हैव कैटास्ट्रोफिक इकनॉमिक कॉन्सिक्वेंसिस। जिहड़ा कि यैलन जिहड़ी वार-वार यही आपां जे कहीए तो लाइन रिपीट कर रहा जदों भी वो कॉन्फ्रेंस दे विच आउंदे आ, उन्होंने डैट के बारे पुछया जाता। जिहड़ा हाईलाइट में पॉइंट किया वा ये मेन आ, कहता कांग्रेस हैज़ ऑलवेज एक्टेड वैन कॉल्ड अपॉन टू रेज द डैट लिमिट सिंस 1960 1960 तो लैके हुण तक जे आपां देखिए कांग्रेस हैज़ एक्टेड 78 सैपरेट टाइम्स टू परमानेंटली रेज, टैंपरेरली एक्सटेंड और रिवाइज द डेफिनेशन ऑफ डैट लिमिट। ठीक है, सो जे 1960 तो हुण तक अपने हो गए जी ऑलमोस्ट 60 साल,
सो 60 तो उपर हो गए साल, वो 78 वारी उन्होंने कहते कि परमानेंटली रेज़ भी की है, डेट लिमिट टैंपरेरी एक्सटेंड भी की है। सो वो सारिया चीज़ां कीतियां ने। सो इट इज़ नॉट समथिंग न्यू कि जी करनी औखी है उन्होंने लिए। सो वो इनक्रीज़ कर देंगे, बट वो थोड़ा जिहा बिटकॉइन के स्टॉकों को आप देखना, वो रिलेटेड जोड़ा वा नैगेटिव प्रैशर आपको देखने को मिलूगा। स्टॉक मार्केट में थोड़ा जिहा शायद वो एक पॉजिटिव हंगारा मिले, ये चीज़ हो सकती है। किहड़े अर्निंग्स आ रही ने नैक्सट वीक के। सो काफ़ी वधिया अर्निंग ने। जे आप मेन देखीए तो हाईटैक जिहड़ियां अर्निंग सी वो निकल चुकियां, बट फिलहाल अजे भी बहुत वड्डियां कंपनियां हैगियां जिन्हां दी अर्निंग ड्रॉप होनी नैक्सट वीक के। मंडे को थोड़ा जिहा देख लीए तो मॉर्निंग के कुछ खास नहीं है जी मैं कंपनी कह सका कि जिहदे बारे ज़्यादा जानते हैं। लूसिड लूसिड की अर्निंग आनी है जी, सनकोर की अर्निंग है, तो प्लेंटियर की अर्निंग है, पेपाल की अर्निंग जिहड़ा आपां कह सकते हैं थोड़ा जिहा एक वड्डा स्टॉक है वो हैगी है। ट्यूसडे को मॉर्निंग के कुछ खास अंडर आर्मर की अर्निंग है। लास्ट वारी आप प्रडिक्ट की डाउन जाऊगा, वधिया गई सी। इस वारी मैनूं लगदा कि शायद चांस है ने थोड़ा अप जाण दे, बट देखो की हुंदा। चांसिस है ने कि शायद वधिया अर्निंग आ जाए, बट जो तुहानूं लगदा तुसीं उस हिसाब नाल प्ले करना। ईवीगो की अर्निंग है, एयरबीएनबी की है, रिवियन की है, ऑक्सीडेंटल जिहड़े अपना ऑयल कंपनी है उन्होंने है, टविलियो की। सो ट्यूसडे को काफ़ी वधिया अर्निंग हैगियां। वैंसडे को रॉबलॉक्स की अर्निंग है, वैंडीज की अर्निंग है, गुड आ। फस्ट सिटीजन बैंक की आ, ये भी गुड आ जी। रॉबिनहुड की आफ्टरनून के बियोंड मीट की अर्निंग आ, तो यूनिटी तो डिजनी वालियां की अर्निंग है। सो डिजनी वालियां की एक काफ़ी वड्डी अर्निंग है जे आप देखिए। ट्यूसडे को एयरबीएनबी, वैंसडे को डिजनी। थर्सडे को JD.com, सो वधिया वड्डी कंपनी है। बाकी जे कुछ देखा तो गैटी इमेजिस आ, सन लाइफ, कुछ खास नहीं आप इन्ना करते प्ले। सो ट्यूसडे वैंसडे थोड़ा जिहा वधिया देना जी, जिहदे अर्निंग थोड़ियां जिहियां गुड ड्रॉप हो रही ने। सो चार्ट की गलबात करते हैं, चार्ट की कह रहा आपां नूं। सो थोड़ा जिहा टच करते हैं जी वक्-वक् स्टॉक्स ते। सो लैट्स गो ओवर लूसिड के चार्ट में। तो आप की करना, सब तो पहला स्पाई ते ही चलते हैं जी, स्पाई की कह रहा। सो लैट्स गो टू स्पाई। सो स्पाई का जोड़ा चार्ट मैं देखना जी, थोड़ा जिहा दसना वो है 30 मिनट का। सो ये की है जे आप लास्ट वीक के देखिए। सो लैट्स रिमूव दिस लाइन, इनू रख लें थोड़ा जिहा इत्थे। थोड़ा जिहा मैनूं इत्थे करन दिओ जी, सैटअप आ गया जी। सो लास्ट वीक के आप की देखा सी, जो मैं थर्सडे ने तुहानूं दस्सिया कि फ्राइडे को पंप हो सकता। उसका कारण की ही, क्योंकि थर्सडे को सेम लैवल तो 404 वाले तो रुकिया सी, जितों पास्ट के आप देखिए तो अप्रैल 26 को रुकिया सी। सो अप्रैल 27 को पंप होया सी, स्टॉक सीधा उपर 413.50 लगा सी। उस हिसाब नाल आपां प्रडिक्शन की थी कि स्टॉक इत्थों निकल के तो 413 या 1350 के नेड़े तेड़े लग सकता। सो एग्जैक्ट सेम चीज़ हुई, सेम ड्रॉप हो रहा जी। आप देखिए थल्ले नूं आपां नूं दिखाई दे रहा ड्रॉप स्टॉक दे विच। की देखने को मिलना कल, होपफुली मार्केट जो ओपन होनी है, आई एक्सपैक्ट कि मार्केट 413.50 तो थले ही ओपन होवे, तो बाद जे 413.50 ब्रेक करता, जे 413.50 या आप कह दीए 414 खास करके जोड़ा एरिया है जे उस तो उपर निकल जाता है, तो बायर का कॉन्फिडेंस वधूगा। दे विल ट्राई टू पुश इट बैक टू नैक्सट वीक कि आप इत्थे 417.50 ते लै जाइए। शायद CPI डाटा आने तो पहला उन्होंने कोशिश हो कि 2 दिनों के आप इत्थे ले जाया जाए उपर 417.50 के उपर। जे नहीं है थले आ जाता तो आह वाला एरिया काफ़ी वधिया 410 वाला पास्ट के जे तुसीं देखिया हो तो बहुत वधिया होल्ड करता रहा। उस दिन भी फ्राइडे इनू एक बारी ब्रेक कर गया, बट बाद होल्ड किया। 410 ते जे आउंदा आ थले तो 410 ते होल्ड करते कल काफ़ी चांस ने। आप कल यही देखना आ या नैक्सट 2-3 दिनों के कि 410 को थले ब्रेक करता या 410 तो होल्ड करके 413 उपर ब्रेक करता। जिधर भी करता आ उधर नूं जाण दे ये चांस होणगे। बाकी CPI डाटा किधर नूं पुश करता वो बहुत जरूरी होगा आपां नूं देखना। सो ये है कि 413 रीटैसट करके थले डिग जाता या 410 रीटैसट करके उपर निकल जाता। उस तो बाद जे आप टेस्ला के स्टॉक की गल करिए तो बहुत सारे वीरों का क्वेश्चन होंदा कि टेस्ला का स्टॉक की कर रहा। सो जिद्दां मार्केट चल रही है जी, टेस्ला का स्टॉक भी वधिया चल रहा। आप देखिए तो 171.50 171.50 टच करके थले डिगण के चांस हैगे ने। कल नूं आपां देखते हैं जो 170-150 ब्रेक कर जाता है तो फिर वधिया 175 तक जाऊगा। 175 वाली एक साइकोलॉजिकली आप देख सकते हैं रजिस्टेंस हैगी है, जिथे थोड़ा जिहा ये रुकण के चांस हो सकते हैं। बट जे कल थले डिगदा आ तो 165 होपफुली आप यही कहने कि होल्ड करे। जे 165 तो भी थले डिगदा आ
फिर एक डेंजर जोन ਦੇ ਵਿੱਚ ਆ ਸਕਦਾ ਟੈਸਲਾ ਕਿ ਜਿਹਦੇ ਵਿੱਚ ਆਪਾਂ ਨੂੰ ਲੱਗੂਗਾ ਕਿ ਫਿਰ ਸ਼ਾਇਦ 150 ਵੱਲ ਨੂੰ ਨਾ ਜਾਣ ਲੱਗ ਜੇ। ਬਟ ਜੇ ਆਪਾਂ ਦੇਖੀਏ ਕਿ ਬਰਕਸ਼ਾਇਰ ਵਾਲਿਆਂ ਜਿਹੜੇ ਵਾਰਨ ਬਫੇ ਹੋਣਾ ਨੇ ਆਪਣੀ ਕੀਤੀ ਸੀ ਅਰਨਿੰਗ ਰਿਲੀਜ਼ ਆਪਣੀ ਸੈਟਰਡੇ ਨੂੰ, ਤੇ ਉਹਦੇ ਵਿੱਚ ਉਹਨਾਂ ਨੇ ਗੱਲਬਾਤ ਕਰਦੇ ਆ ਤੇ ਐਲਾਨ ਮਸਕ ਬਾਰੇ ਚਲੋ ਵਧੀਆ ਕਮੈਂਟ ਹੀ ਕੀਤੇ ਆ। ਸ਼ਾਇਦ ਉਹ ਚੀਜ਼ ਵੀ ਟੈਸਲਾ ਨੂੰ ਥੋੜ੍ਹਾ ਬਹੁਤ ਬੂਸਟ ਦੇਵੇ ਜਾਂ ਨਹੀਂ, ਇਹ ਆਪਾਂ ਨੂੰ ਕੱਲ੍ਹ ਦੇਖਣ ਨੂੰ ਮਿਲੂਗਾ। ਬਟ ਕਮੈਂਟ ਉਹਨਾਂ ਦੇ ਪੋਜ਼ੀਟਿਵ ਹੀ ਜਿੰਨਾ ਕਿ ਮੈਂ ਦੇਖਿਆ। ਸੋ ਦੇਖਦੇ ਹਾਂ 165 ਨੂੰ ਹੋਲਡ ਕਰਦਾ ਤੇ ਜਾਂ 171.50 ਨੂੰ ਬ੍ਰੇਕ ਕਰਕੇ ਉੱਪਰ ਹੀ ਚੱਲ ਜਾਂਦਾ, ਉਹ ਪੋਜ਼ੀਟਿਵ ਹੋਊਗਾ। ਜੇ ਥੱਲੇ ਨੂੰ ਆਉਂਦਾ ਤਾਂ 165 ਦਾ ਹੋਲਡ ਆਪਾਂ ਨੂੰ ਦੇਖਣਾ ਪਊਗਾ। ਉਸ ਤੋਂ ਬਾਅਦ ਕੋਇਨ ਆ ਤੁਹਾਨੂੰ ਮੈਂ ਦੱਸ ਦਿੱਤਾ। ਉਸ ਤੋਂ ਬਾਅਦ ਆ ਪੈਕਵੈਸਟ ਬੈਂਕ ਜੀ। ਸੋ ਇਹਨਾਂ ਦਾ ਜਿੰਨਾ ਕੁ ਆਪਾਂ ਨੂੰ ਆਰਟੀਕਲ ਜਾਂ ਨਿਊਜ਼ ਦੇਖਣ ਨੂੰ ਮਿਲੀ ਆ, ਇਹੀ ਹੈ ਕਿ ਇਹ ਵੀ ਆਪਣੇ ਆਪ ਨੂੰ ਸੈੱਲ ਕਰਨ ਬਾਰੇ ਜਾਂ ਭਾਲ ਰਹੇ ਆ ਕਿ ਕੋਈ ਸਾਡੇ ਕਲਾਇੰਟ ਬਾਏ ਕਰ ਲਏ ਉਹ ਸਾਰਾ ਕੁਝ, ਜਿਹੜੀ ਕਿ ਇੱਕ ਨੈਗੇਟਿਵ ਚੀਜ਼ ਹੈ। ਐਗਜ਼ੈਕਟ ਸੇਮ ਸਿਨੈਰੀਓ ਜੋ FRC ਦੇ ਨਾਲ ਹੋਇਆ ਸੀ। ਬਟ ਇਹ ਬੈਂਕ ਵੀ ਪੰਪ ਹੋਈ ਆ ਫਰਾਈਡੇ ਨੂੰ, ਸਾਰੀ ਮਾਰਕੀਟ ਪੰਪ ਹੋਈ ਆ। ਤੇ ਜਿਹੜੀ ਵਾਲ ਆ ਵੈਸਟਰਨ ਅਲਾਈਅੰਸ ਬੈਂਕ WAL, ਉਹਨੇ ਥੋੜ੍ਹਾ ਜਿਹਾ ਪੋਜ਼ੀਟਿਵ ਆਪਣੇ ਆਪ ਨੂੰ ਡਿਫੈਂਡ ਕਰ ਲਿਆ ਕਿ ਅਸੀਂ ਅਜੇ ਆਪਣੀ ਕੋਈ ਸੇਲ ਜਾਂ ਇੱਦਾਂ ਨਹੀਂ ਲੱਭ ਰਿਹਾ, ਤੇ ਉਹਦਾ ਹੀ ਇੱਕ ਬੂਸਟ ਆਪਾਂ ਕਹਿ ਸਕਦੇ ਹਾਂ ਕਿ ਇਸ ਬੈਂਕ ਨੂੰ ਮਿਲ ਗਿਆ ਤੇ ਪੰਪ ਹੋ ਗਈ ਆ। ਬਟ ਇਵੈਂਚੁਅਲੀ ਮੈਨੂੰ ਲੱਗਦਾ ਕਿ ਇਸ ਸਟਾਕ ਨੇ ਥੱਲੇ ਡਿੱਗ ਜਾਣਾ ਆ। ਇਹਨੂੰ ਸ਼ਾਰਟ ਕਰਨ ਬਾਰੇ ਤੁਸੀਂ ਦੇਖ ਸਕਦੇ ਹੋ, ਥੋੜ੍ਹਾ ਜਿਹਾ ਆਪਣਾ ਸਟਾਪ ਲਾਸ ਲਗਾ ਕੇ ਸ਼ਾਰਟ। ਇਹ ਨਹੀਂ ਕਿ ਜਿੱਦਾਂ FRC ਦੇ ਵਿੱਚ ਲੋਕਾਂ ਨੇ ਅੰਨ੍ਹੇਵਾਹ ਬਾਏ ਕਰ ਲਿਆ ਤੇ ਬਾਅਦ ਦੇ ਵਿੱਚ ਕੀ ਹੋਇਆ, ਖੁੱਲਦਾ ਵੀ ਆ ਜਾਂ ਨਹੀਂ, ਚਲੋ ਖੁੱਲਣਾ ਨਹੀਂ। ਸੋ ਬਾਅਦ ਦੇ ਵਿੱਚ ਕੀ ਹੋਇਆ ਕਿ ਉਹ ਥੱਲੇ ਡਿੱਗੀ ਗਿਆ, ਕੋਈ ਸਟਾਪ ਲਾਸ ਨਹੀਂ ਲਗਾਇਆ, ਹੋਲਡ ਕਰੀ ਰੱਖਿਆ। ਕਈਆਂ ਨੇ ਐਵਰੇਜ ਡਾਊਨ ਵੀ ਕੀਤੀ ਆ, ਉਹ ਗਲਤੀ ਨਹੀਂ ਕਰਨੀ। ਇਹਦਾ ਆਪਣਾ ਕੱਲ੍ਹ ਤੁਸੀਂ ਦੇਖੋ ਕਿ $6.5 ਤੋਂ ਉੱਪਰ ਨਹੀਂ ਜਾਣਾ ਚਾਹੀਦਾ। ਜੇ ਤੁਸੀਂ ਇਹਦੇ ਵਿੱਚ ਐਂਟਰ ਵੀ ਹੁੰਦੇ ਆ 7.5 ਤੋਂ ਉੱਪਰ ਜਾਂਦਾ ਆ ਤੇ ਇਹਦੇ ਵਿੱਚੋਂ ਬਾਹਰ ਨਿਕਲਣਾ ਪੈਣਾ ਆਪਾਂ ਨੂੰ ਜੇ ਸ਼ਾਰਟ ਕਰਦੇ ਵੀ ਆ ਤੇ, ਠੀਕ ਹੈ। ਸੋ ਉਸ ਤੋਂ ਬਾਅਦ ਇਹ ਨਹੀਂ ਕਿ ਹੋਲਡ ਕਰੀ ਰੱਖਣਾ, ਉੱਪਰ ਨੂੰ 10 12 13 ਨੂੰ ਲੱਗ ਜੇ, ਬਾਅਦ 'ਚ ਤੁਸੀਂ ਬੈਠੇ ਰਹੋ। ਜਿੱਦਾਂ FRC ਦੇ ਵਿੱਚ ਲੋਕਾਂ ਨੇ $17 ਤੇ $20 ਤੇ ਬਾਏ ਕੀਤਾ ਸੀ, ਉਹ ਥੱਲੇ ਡਿੱਗੀ ਗਿਆ ਤਾਂ ਵੀ ਉਹਨੂੰ ਹੋਲਡ ਕਰਕੇ ਰੱਖਿਆ। ਸੋ ਇੱਦਾਂ ਨਹੀਂ ਹੈ ਕਦੇ ਵੀ, ਜਦੋਂ ਘਾਟੇ ਦੇ ਵਿੱਚ ਆ ਸਟਾਪ ਲਾਸ ਤੋਂ ਬਿਨਾਂ ਕਿਸੇ ਵੀ ਟਰੇਡ ਦੇ ਵਿੱਚ ਨਹੀਂ ਜਾਣਾ ਤੇ ਸਟਾਪ ਲਾਸ ਹਿੱਟ ਕਰਕੇ ਆਪਣਾ ਬਾਹਰ ਨਿਕਲਣਾ ਜ਼ਰੂਰੀ ਆ। ਜੇ ਨਹੀਂ ਆ ਤੇ ਸਟਾਪ ਲਾਸ ਬਾਰੇ ਹੋਰ ਜਾਣਨ ਲਈ ਮੈਂ ਬਹੁਤ ਵੀਡੀਓ ਪਾਈਆਂ ਹੋਈਆਂ ਆਪਣੇ ਇੱਥੇ YouTube ਦੇ ਚੈਨਲ 'ਤੇ ਜਾ ਕੇ ਦੇਖ ਲਿਓ। ਸਟਾਪ ਲਾਸ ਸਾਈਕੋਲੋਜੀ, ਉਹਦੀ ਇੰਪੋਰਟੈਂਸ ਕੀ ਆ, ਕਿੱਦਾਂ ਲਾਉਣਾ ਆ, ਸੋ ਸਾਰਾ ਕੁਝ ਹੈਗਾ ਆ। ਬਸ ਇਹ ਆ ਕਿ ਉਹਨੂੰ ਲਾ ਕੇ ਤੇ ਫੋਲੋ ਕਰਨਾ ਆ। ਜਦੋਂ ਵੀ ਮੈਂ ਸੈਸ਼ਨ ਕਰਦਾ ਹੁੰਦਾ ਉਹਦੇ ਵਿੱਚ ਮੈਂ ਆਲਵੇਜ਼ ਦੱਸਦਾ ਹੁੰਦਾ ਕਿ ਦੋ ਤਰ੍ਹਾਂ ਦੇ ਬੰਦੇ ਆ। ਇੱਕ ਦਾ ਕੰਮ ਕੀ ਆ ਕਿ ਸੁਣਨਾ ਤੇ ਸਮਝ ਲੈਣਾ, ਠੀਕ ਹੈ। ਸੋ ਸੁਣਦੇ ਨੇ ਗੱਲਬਾਤ, ਸਮਝ ਲੈਂਦੇ ਨੇ, ਬਟ ਐਂਡ ਤੇ ਰਿਜ਼ਲਟ ਉਦੋਂ ਹੀ ਆਉਂਦਾ ਜਿਹੜਾ ਦੂਸਰੇ ਤਰ੍ਹਾਂ ਦੇ ਬੰਦੇ ਨੇ ਉਹ ਕੀ ਕਰਦੇ ਨੇ, ਸੁਣ ਕੇ ਸਮਝ ਕੇ ਬਾਅਦ 'ਚ ਇੰਪਲੀਮੈਂਟ ਵੀ ਕਰਦੇ ਨੇ। ਸੋ ਕਿਤੇ ਨਾ ਕਿਤੇ ਆਪਣਾ ਸਾਰਾ ਰੌਲਾ ਇਹੀ ਹੁੰਦਾ ਟਰੇਡਿੰਗ ਦੇ ਵਿੱਚ, ਜੇ ਆਪਾਂ ਲਾਸ ਦੇ ਵਿੱਚ ਆ ਜਾਂ ਘਾਟਾ ਪੈ ਰਿਹਾ, ਕਿ ਸੁਣਦੇ ਆ, ਸਮਝਦੇ ਆ, ਯੈਸ ਹੁੰਦੀ ਆ ਕਿ ਹਾਂਜੀ ਮੈਨੂੰ ਲੱਗ ਗਿਆ ਪਤਾ, ਬਟ ਜਦੋਂ ਇੰਪਲੀਮੈਂਟੇਸ਼ਨ ਦੀ ਗੱਲ ਆਉਂਦੀ ਆ ਉਦੋਂ ਫਿਰ ਬੰਦਾ ਕਹਿੰਦਾ ਕਿ ਨਹੀਂ ਮੈਂ ਆਪਣੀ ਮਰਜ਼ੀ ਹੀ ਕਰਨੀ ਆ, ਤੇ ਉੱਥੇ ਗਲਤੀ ਆਪਾਂ ਕਰ ਲੈਂਦੇ ਆ, ਘਾਟਾ ਪੈ ਜਾਂਦਾ ਆ। ਸੋ ਘਾਟੇ ਨੂੰ ਇਹ ਨਹੀਂ ਕਿ ਲਾਸ ਹੋਣਾ ਨਹੀਂ, ਲਾਸ ਟਰੇਡ ਦੇ ਵਿੱਚ ਹੋਣਾ। ਓਬਵੀਅਸਲੀ ਆਪਾਂ ਸਟਾਕ ਮਾਰਕੀਟ ਦੇ ਵਿੱਚ ਜਾਂਦੇ ਆ, ਘਾਟੇ ਵਾਲੀਆਂ ਟਰੇਡਾਂ ਹੋਣਗੀਆਂ ਹੀ, ਬਟ ਇਹੀ ਆ ਕਿ ਲਾਸ ਨੂੰ ਜਿਹੜਾ ਮਿਨੀਮਾਈਜ਼ ਕਰਨਾ ਆ ਉਹ ਬਹੁਤ ਜ਼ਰੂਰੀ ਆ ਜੀ। ਸੋ ਬਾਕੀ ਤੁਹਾਡਾ ਕਿਸੇ ਸਟਾਕ ਦੇ ਰਿਲੇਟਡ ਕੋਈ ਕੁਐਸਚਨ ਹੋਵੇ ਜੀ, ਮਾਈਕਰੋਸਾਫਟ ਬਾਰੇ ਦੇਖਿਓ ਪਲੀਜ਼। ਸੋ ਮਾਈਕਰੋਸਾਫਟ ਬਾਰੇ ਵੀ ਦੇਖਦੇ ਹਾਂ ਜੀ। ਮਾਈਕਰੋਸਾਫਟ ਮੈਟਾ ਜੇ ਆਪਾਂ ਦੇਖੀਏ, ਸੋ ਮਾਈਕਰੋਸਾਫਟ ਕੀ ਕਰ ਰਿਹਾ, ਨਿਊ ਹਾਈ ਇੱਕ ਬਣਾ ਰਿਹਾ ਜੀ। ਸੋ ਜੇ ਆਪਾਂ ਦੇਖੀਏ ਤਾਂ ਮਾਈਕਰੋਸਾਫਟ ਦਾ ਪੂਰਾ ਪੰਪ ਹੈਗਾ ਆ। ਚਾਂਸ ਲੱਗਦਾ ਸੀ ਕਿ 308 ਤੋਂ ਥੱਲੇ ਡਿੱਗ ਜੂਗਾ, ਨਹੀਂ ਡਿੱਗਿਆ। 315 ਦੇ ਨੇੜੇ ਤੇੜੇ ਦੇਖਦੇ ਹਾਂ, ਜੇ ਜਾਂਦਾ 315 ਤੇ ਉੱਥੇ ਜਾ ਕੇ ਡਿੱਗਣਾ ਚਾਹੀਦਾ। ਜੇ ਉਹਨੂੰ ਵੀ 315 316 ਨੂੰ ਵੀ ਬ੍ਰੇਕ ਕਰਦਾ ਆ ਫਿਰ ਤੇ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਜ਼ਿਆਦਾ ਹਾਈਪ ਹੈਗੀ ਆ। ਸੋ ਅੱਜ ਮੈਂ ਜਿੱਦਾਂ ਆਰਟੀਕਲ ਵੀ ਇੱਕ ਦੋ ਰੀਡ ਕਰ ਰਿਹਾ ਸੀ, ਉਹਦੇ ਵਿੱਚ ਵੀ ਇਹੀ ਦੱਸਿਆ ਗਿਆ ਕਿ ਵੀ ਕੈਨੋਟ ਹੈਵ ਬੁੱਲ ਰਨ ਜਦੋਂ ਬੈਂਕਾਂ ਕਰੈਸ਼ ਹੋ ਰਹੀਆਂ। ਇੱਕ ਪਾਸੇ ਤੁਸੀਂ ਦੇਖੋ ਕਿ ਫਾਈਨੈਂਸ਼ੀਅਲ ਢਾਂਚਾ ਜਿਹੜਾ ਵਾ ਉਹ ਵੀਕ ਆ, ਬੈਂਕਾਂ ਡਿੱਗ ਰਹੀਆਂ, ਦੂਜੇ ਪਾਸੇ ਸਟਾਕ ਮਾਰਕੀਟ ਉੱਪਰ ਚੜ੍ਹ ਰਹੀ ਆ। ਇਟ ਡਜ਼ ਨਾਟ ਮੇਕ ਐਨੀ ਸੈਂਸ, ਠੀਕ ਹੈ। ਸੋ ਉਹ ਚੀਜ਼ ਕਦੇ ਵੀ ਨਹੀਂ ਹੋ ਸਕਦੀ, ਪੋਸੀਬਲ ਨਹੀਂ ਆ। ਆਈ ਥਿੰਕ ਮਾਰਕੀਟ ਇੱਕ ਵਾਰੀ ਪੁੱਲ ਬੈਕ ਕਰੂਗੀ, ਥੋੜ੍ਹੀ ਜਿਹੀ ਹੈਲਦੀ ਪੁੱਲ ਬੈਕ ਹੋਊਗੀ, ਵਧੀਆ ਹੋ ਸਕਦੀ ਹੈ ਪੁੱਲ ਬੈਕ ਸੂਨਰ ਔਰ ਲੇਟਰ, ਕਿਉਂਕਿ ਅਨਲੈਸ ਫੈਡ ਨੈਕਸਟ ਰੇਟ ਹਾਈਕ ਦੇ ਵਿੱਚ ਪੌਜ਼ ਕਰ ਦਿੰਦੇ ਆ ਤਾਂ ਫਿਰ ਮਾਰਕੀਟ ਦੇ ਉੱਪਰ ਜਿਹੜਾ ਨੈਗੇਟਿਵ ਪ੍ਰੈਸ਼ਰ ਆ ਉਹ ਸਾਰਾ ਰਿਲੀਜ਼ ਹੋ ਜਾਣਾ, ਫਿਰ ਉੱਪਰ ਜਾਣ ਦੇ ਚਾਂਸ ਹੋਣਗੇ। ਬਟ ਜੇ ਉਹ ਜੇ ਇੰਟਰਸਟ ਰੇਟ ਵਧਾਈ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ ਮਾਰਕੀਟ ਦੇ ਇੱਕ ਹੈਲਦੀ ਪੁੱਲ ਬੈਕ ਹੋਣ ਦੇ ਚਾਂਸ ਹੈਗੇ ਆ, ਕਿਉਂਕਿ ਇੱਕ ਪਾਸੇ ਬੈਂਕਾਂ ਫੇਲ ਹੋ ਰਹੀਆਂ, ਦੂਜੇ ਪਾਸੇ ਮਾਰਕੀਟ ਉੱਪਰ ਜਾ ਰਹੀ ਆ। ਜੇ ਤੁਸੀਂ ਆਪ ਹੀ ਦੇਖੋ ਤਾਂ ਦੋਵਾਂ ਦਾ ਕੋਰਿਲੇਸ਼ਨ ਕੋਈ ਨਹੀਂ ਬਣਦਾ, ਕਿ ਇਹ ਚੀਜ਼ ਪੋਸੀਬਲ ਹੀ ਨਹੀਂ ਹੈਗੀ। ਸੋ ਉਹਨੂੰ ਥੋੜ੍ਹਾ ਜਿਹਾ ਤੁਸੀਂ ਧਿਆਨ ਦੇ ਨਾਲ ਦੇਖਣਾ। ਬਟ ਇਹੀ ਹੈ ਕਿ ਮੈਨੂੰ ਲੱਗਦਾ ਕਿ ਹੁਣ ਇੱਥੇ ਤੇ ਨਹੀਂ, 315 ਤੇ ਸ਼ਾਇਦ ਜਾ ਕੇ ਤੇ ਉੱਥੋਂ ਡਿੱਗਣਾ ਸ਼ੁਰੂ ਹੋਵੇ। 315 316 ਕਹਿ ਸਕਦੇ ਹਾਂ ਆਪਾਂ, ਥੋੜ੍ਹਾ ਬਹੁਤ ਉੱਪਰ ਵੀ ਆ। 315 316 1650 ਦੇ ਨੇੜੇ ਤੇੜੇ ਇੱਥੋਂ ਕਿਤੇ ਵੀ ਇਹਦੇ ਡਿੱਗਣ ਦੇ ਚਾਂਸ ਹੈਗੇ ਆ।
सेम मैटा दे विच आ जे। मैटा दा की है कि थोड़ा जिहा वीक होना शुरू होया आ, बट यही है कि इत्थों आप देख लेंगे कि थले आ गया। हाँ जी, सो थले आ गया 236 तो एज लॉन्ग एज 236 तो थले रहिंदा तो आप कह सकते हैं कि मैटा दे विच एक वधिया प्रॉफिट टेकिंग हो सकती है 225 तक। बाकी एप्पल के स्टॉक के 20 पंप होने के कल चांस हो जाएंगे थोड़ा जिहा। ਉਹਦਾ भी कारण यही है, वॉरन बफे उन्होंने ने जोड़ा एक कमेंट कर दिता कि दिस इज़ आवर बेस्ट होल्डिंग। सो वो करके शायद कल एप्पल में एक पंप मिले। एप्पल ऑलरेडी आ जे आप देखिए जी ट्रेंड लाइन ड्रॉ की है तो इतों उपर आ। एप्पल जे तो थले आ जाता 167.50 या 167 तो ट्रेंड लाइन में ब्रेक करूगा, फिर शायद शॉर्ट थोड़े जे कॉन्फिडेंस के नाल जंप इन करन। फॉर नाउ शॉर्ट ने ये नहीं जाना जी। मैनूं लगता कि आह वाली ट्रेंड लाइन भी उपर वाली वैज जी ड्रॉ कर लियो, इनू वार वार टच करके डिगदा। सो आई थिंक जे आप इतों देखिए तो एप्पल ईजली ये हिसाब नाल 177.50 या उपर 178 ਨੂੰ 179 ਨੂੰ टच कर रहा एक दो दिनों के आने वाले। जे आप देखते हैं कि आ वैज ਨੂੰ ही फॉलो करी जाता, उपर टच करता तो 179 ਨੂੰ जाके डिगूगा। शायद कल ही वो $5-6 का पंप इन्हों देखने को मिल जाए जिहड़ा वॉरन बफे ने कमेंट किया है वीकेंड पर। उन्हों का कोई भी चीज़ कहनी काफ़ी मार्केट में आप कह सकते हैं पॉजिटिव या नैगेटिव इफैक्ट करती है। सो शायद उन्होंने जोड़ा ये एप्पल के उपर कमेंट आ वो इनू बूस्ट कर सकता। AMD स्टॉक देख लेंगे जी क्विकली कि AMD की कर रहा। सो AMD $89 तो वार वार ड्रॉप होंदा सी, 89 तो उपर चल गया। कल नूं तुसीं यही देखना कि होपफुली 89 नूं रीटेस्ट करे। यस, सो 89 वाली लाइन में रीटेस्ट करता तो फिर एक बारी 92 तक जाने के चांस है। सो AMD जे किसी ने लास्ट वीक के ट्रेड किया तो वधिया। सो यही है कि मैं लाइव तो ही दसिया सी, होर तो मैनूं लगता अपने टिकटॉक के लाइव तो नहीं, जोड़े लाइव स्ट्रीम करते अपने नाल वीर ट्रेड उन्होंने गलबात के दसिया सी कि ये पंप हो सकता। सो ये शुरू होया जी। हाँ, एक होर स्टॉक IEP जिहदे बारे हिंडनबर्ग वालियां ने किया कि शॉर्ट रिपोर्ट छापी हुई सी। तो ये स्टॉक आप देखिए तो पिछले कुछ दिनों के $51 तो $29-28 पर आ गया। थोड़ी जी एक मैनू चीज़ इन्हों की डाउटफुल लगी कि इन्होंने अर्निंग रिलीज़ करनी ही, तो जो उन्होंने शॉर्ट रिपोर्ट छापती इन्होंने अपनी अर्निंग डिले करती। किते ना किते जी चीज़ थोड़ा जिहा मैनू इंडीकेशन दे रही है माइंड के कि शायद इन्हों की अर्निंग वधिया नहीं होनी। तो इन्हों यही डर सी किते ना किते बैक ऑफ द माइंड कि एक तो उन्होंने नैगेटिव रिपोर्ट छापी हुई है, दूसरा अपनी अर्निंग ना वधिया आई तो स्टॉक तो काफ़ी ज़्यादा नैगेटिव प्रैशर पै जाना। तो ये ना हो लिक्विडिटी ना रहे अपने को नफ, इस करके इन्हें अर्निंग डिले की है। नैक्सट वीक के अर्निंग हैगी इन्हों की नॉट श्योर किहड़े दिन, मैनूं लगदा वैंसडे या थर्सडे नूं इन्हां दोवां दे विचों एक दिन। थोड़ा जिहा ध्यान दे नाल जे ड्रॉप हुंदा आ तो काफ़ी ज़्यादा ड्रॉप होने के चांस आ। मैं यही कहूँगा कि अर्निंग तो बाद प्ले करियो, क्योंकि जे अर्निंग तो बाद नैगेटिव अर्निंग आउंदी आ तो ड्रॉप होने के काफ़ी ज़्यादा चांस होणगे। मे बी बैक टू $29 $28 आ जाए। सो जी किते ना किते माइंड दे विच जिन्हें डाउट दिता होया कि इन्होंने अर्निंग डिले इन्ना क्यों की, करनी नहीं सी चाहिए, तो वो कारण हो सकता किते ना किते कि अर्निंग नैगेटिव आनी हो तो इन्होंने हो कि इन्होंने दो नैगेटिव न्यूज़ इकट्ठियां ही आ जान तो स्टॉक तो इन्ना ज़्यादा प्रैशर पै जाए कि लोग बाद च हाथ ही ना लाउण थल्ले डिग जान। सो थोड़ा जिहा इन्हें अपने आप को डिफेंड किया वीक के स्टॉक में थोड़ा जिहा उपर चक्या तो हुण नैक्सट वीक के अर्निंग रिलीज़ इन्हें करनी है। सो इस स्टॉक में भी थोड़ा जिहा ध्यान दे नाल देख सकते हो। नैक्सट जिहड़ा IPO आया सी लास्ट वीक के वड्डा IPO, ये 20 उपर गया, थल्ले डिगदा भी है, कुछ खास नहीं हैगा। बट यह है कि जो एक बार $25 तो थल्ले डिगन लग गया तो फिर आप कह सकते हैं थोड़ा हौली डंप हो के शायद थल्ले चले जाए। बट फिलहाल एक जगह पर ठहरिया हुआ, कोई खास मूवमेंट नहीं हैगी। नैक्सट वीक के भी मैनूं लगदा कोई खास IPO नहीं है। बट हुण जे आप राइट नाउ देखिए तो IPO की उन्नी हाइप नहीं हैगी, जिहड़ी ज़्यादा हाइप हैगी आ वो चाइना के स्टॉकां दी आ। फॉर एग्जाम्पल टॉप स्टॉक आ या इदां दे होर भी काफ़ी स्टॉक ही जिहड़े लास्ट वीक के चाइनीज़ कंपनियां सी ते पंप हो रहा। सो मेरी यही सलाह होंदी है कि पंप एंड डंप तो दूर रहना, उहदे विच ना फसियो, तो बाकी जिहड़े सेफ स्टॉक आ उन्होंने ही ट्रेड करो। सो होर किसी वीर दा जे क्वेश्चन आ तो दस दो, नहीं तो यही है कि जे किसी ने अपने नाल लाइव ट्रेड करना आ तो लाइव ट्रेडिंग सबसक्राइब कर सकते हो stocktalk4u.com पर जाके, जिथे आप एवरीडे मॉर्निंग के लाइव ट्रेड करते हैं। तो बाकी टैलीग्राम के जे कोई क्वेश्चन हैगा तो डू नॉट हैजिटेट टू आस्क, क्वेश्चन उत्थे पुछ लिया करो। यही है कि मैं कोशिश करदा वध तो वध टाइम सिर जे आंसर होंदा कर दीए।
बट कई बार बिजी हो जाते हैं। तो बाकी वीर भी जोड़े आ जो भी आंसर करते हैं तो उन्होंने पता होंगे तो आंसर कर ही देंगे मोस्टली, बाकी सारे भी। सो एवरीबडी इज़ गुड एंड दे आर हैल्पफुल। सो उत्थे भी जो किसी का क्वेश्चन होंगे तो पूछ सकते हो, तो जो ट्रेड करना तो वैबसाइट पर सबसक्राइब कर सकते हो। सो गुड लक जी, मिलते हैं कल मॉर्निंग के जोड़े अपना वीर लाइव ट्रेड करते हैं उन्होंने, तो करते हैं ट्रेडिंग शुरू। तो बाकियों गुड लक फॉर नैक्सट वीक। टेक केयर, बाय बाय, गुड नाइट, सत श्री अकाल।